ਟਰਾਈ ਸਿਟੀ ਦੇ ਵਿੱਚ ਅੰਡਰ 18 ਆਲ ਇੰਡੀਆ ਹਾਈਐਸਟ ਰੈਂਕਡ ਪਲੇਅਰ ਸੀਗੀ, ਉਹਦਾ 66 ਰੈਂਕ ਸੀਗਾ, ਉਹ 15 ਸਾਲ ਦੀ ਸੀ ਉਦੋਂ। ਠੀਕ ਹੈ, ਉਹ ਉਸ ਤੋਂ ਬਾਅਦ ਉਹ ਬੱਚੀ ਨੇ ਰੈਕਟ ਨਹੀਂ ਚੱਕਿਆ, 1 ਸਾਲ ਤੋਂ ਉਹ ਘਰ ਬੈਠੀ ਹੈ। ਇਸ ਭਾਰਤ ਦੇ ਵਿੱਚ ਜਿੱਥੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਹੈ, ਉੱਥੇ ਪੰਜਾਬ ਤੇ ਹਰਿਆਣੇ ਦੇ ਅਫੀਸ਼ੀਅਲ ਜਿਹੜੇ ਨੇ ਉਹ ਬੇਟੀਆਂ ਦੇ ਉੱਤੇ ਇਹ ਅਤਿਆਚਾਰ ਕਰ ਰਹੇ ਨੇ, ਔਰ ਅਕਿਊਜ਼ ਜਿਹੜੇ ਜਿਨ੍ਹਾਂ ਤੇ ਸ਼ਰੇਆਮ ਬਲੇਮ ਲੱਗਾ ਹੋਇਆ ਹੈ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ। 3 ਬੱਚੀਆਂ ਦੇ ਨਾਲ ਛੇੜਖਾਨੀ ਹੋਈ ਹੈ, ਉਹ ਬਾਕੀ ਦੀਆਂ 2 ਬੱਚੀਆਂ ਇਸੇ ਦੇ ਵਿੱਚ ਉਹ ਵਿਟਨੈਸ ਨੇ ਮੇਰੀ FIR ਦੇ ਵਿੱਚ। ਉਹਦੇ ਉੱਤੇ ਵੀ CLTA ਨੇ ਕਾਊਂਟਰ ਕੰਪਲੇਂਟ ਕਰਵਾਤੀ ਨੀਰਜ ਸਰਨਾ ਕੋਲ ਹੀ। 2 ਮੈਂਬਰੀ ਕਮੇਟੀ ਰਿਪੋਰਟ ਸਬਮਿਟ ਕਰ ਰਹੀ ਹੈ, ਜਿਹਦੇ ਵਿੱਚ ਬੱਚੀ ਦੇ ਜੋ ਵੀ ਚਾਰजेस ਲਾਏ ਨੇ ਉਹਨਾਂ ਨੂੰ ਨਕਾਰਾ ਕਰਤਾ ਹੈ ਤੇ ਮੁੰਡਿਆਂ ਨੂੰ ਇਹਨਾਂ ਨੇ ਬਰੀ ਕਰਤਾ ਹੈ ਕਿ ਵੀ ਬੱਚੀ ਨੂੰ ਭੁਲੇਖਾ ਪਿਆ, ਮੁੰਡਿਆਂ ਦਾ ਕੋਈ ਕਸੂਰ ਨਹੀਂ ਹੈ। ਪੰਜਾਬ ਦੇ DGP ਦਿਨਕਰ ਗੁਪਤਾ ਤੇ ACS ਵਿਸ਼ਵਜੀਤ ਖੰਨਾ ਦੇ ਉੱਤੇ ਗੰਭੀਰ ਆਰੋਪ ਲੱਗੇ ਨੇ ਤੇ ਉਹਨਾਂ ਦੇ ਖਿਲਾਫ FIR ਦਰਜ ਕਰਨ ਦੀ ਮੰਗ ਦੀ ਇੱਕ ਯਾਚਿਕਾ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ। ਕੀ ਮਾਮਲਾ ਹੈ, ਇਸ ਬਾਰੇ ਸਾਡੇ ਨਾਲ ਗੱਲ ਕਰਨ ਲਈ ਇੱਕ ਪੀੜਿਤਾ ਦੇ ਪਿਤਾ ਹੈ ਜਿਹੜੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੰਪਲੇਨੈਂਟ ਹੈ। ਗੱਲ ਕਰਦੇ ਹਾਂ ਸਰ, ਅਸੀਂ ਜਾਣਨਾ ਚਾਹਾਂਗੇ ਕੀ ਮੈਟਰ ਕੀ ਹੈ ਪੂਰਾ ਤੇ ਕਿਸ ਤਰੀਕੇ ਦੀ ਸ਼ਿਕਾਇਤ ਹੈ ਜਿਹੜੀ ਤੁਸੀਂ ਕੋਰਟ 'ਚ ਦਿੱਤੀ। ਇਹ ਜੀ ਮੇਰੀ ਬੱਚੀ ਨਾਬਾਲਗ ਬੱਚੀ ਦੇ ਉੱਤੇ ਮੋਲਸਟੇਸ਼ਨ ਦਾ ਕੇਸ ਹੈ। ਪਿਛਲੇ ਸਾਲ 2019 ਦੇ ਵਿੱਚ ਇਹ ਸਤੰਬਰ ਦੇ ਵਿੱਚ FIR ਹੋਈ ਸੀ। ਇੰਸੀਡੈਂਟ ਜਿਹੜਾ ਹੈ ਜੁਲਾਈ 2019 ਦੇ ਵਿੱਚ ਹੋਇਆ ਸੀਗਾ ਤੇ ਉਸ ਟਾਈਮ ਤੇ 5 ਜਿਹੜੇ ਅਕਿਊਜ਼ਡ ਬੱਚੇ ਸੀਗੇ ਉਹਨਾਂ ਦੇ ਉੱਪਰ FIR ਹੋਈ ਸੀ। 3 CLTA ਦੇ ਅਫੀਸ਼ੀਅਲ ਸੀ, ਚੰਡੀਗੜ੍ਹ ਲਾਨ ਟੈਨਿਸ ਦੇ ਅਫੀਸ਼ੀਅਲ ਸੀਗੇ। ਉਹਨਾਂ ਦੇ ਵਿੱਚ ਇੱਕ ਪ੍ਰੈਜ਼ੀਡੈਂਟ ਜੈ ਸਿੰਘ ਗਿੱਲ ਸੀਗੇ, ਉਹ ਪੁਰਾਣੇ ਚੀਫ ਸੈਕਟਰੀ ਨੇ। ਦੈਨ ਮੇਘਰਾਜ ਉਹ ਪੁਰਾਣਾ IAS ਹੈ ਪੰਜਾਬ ਦਾ, ਔਰ ਤੀਸਰਾ ਉਹਨਾਂ ਦੇ ਵਿੱਚ ਅਫੀਸ਼ੀਅਲ ਜਿਹੜਾ ਸੀਗਾ ਉਹ ਚੀਫ ਕੋਚ ਰੋਮਨ ਸਿੰਘ ਸੀਗਾ। ਤੋ ਇਹਨਾਂ ਦੇ ਉੱਪਰ ਵੀ ਉਹਦੇ ਵਿੱਚ ਕੰਪਲੇਂਟ ਦੇ ਵਿੱਚ ਅਕਿਊਜ਼ ਕੀਤਾ ਸੀ ਆਪਾਂ, ਪਰ ਚੰਡੀਗੜ੍ਹ ਪੁਲਿਸ ਨੇ ਉਹਨਾਂ ਤੇ ਚਾਰजेस ਪ੍ਰੈਸ ਨਹੀਂ ਕੀਤੇ। ਤੇ ਇਸ ਤੋਂ ਇਲਾਵਾ ਉਸ ਤੋਂ ਬਾਅਦ ਵਿੱਚ ਵੀ ਆਪਾਂ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਕਿ ਤੁਸੀਂ ਇਹਦੇ ਤੇ ਐਕਸ਼ਨ ਲਓ। CLTA ਨੇ ਕੋਈ ਐਕਸ਼ਨ ਨਹੀਂ ਲਿਆ। ਇਨਫੈਕਟ ਉਹਨਾਂ ਨੇ ਜਿਹੜੇ ਅਕਿਊਜ਼ ਸੀਗੇ ਉਹਨਾਂ ਦੇ ਬੇਲ ਬੌਂਡ CLTA ਅਫੀਸ਼ੀਅਲਸ ਨੇ ਭਰੇ ਜਦੋਂ ਉਹਨਾਂ ਨੂੰ ਐਂਟੀਸਪੇਟਰੀ ਬੇਲ ਮਿਲੀ। ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਲਾਇਰ ਸੀਗਾ ਪੰਜੇ ਅਕਿਊਜ਼ ਦਾ, ਉਹ CLTA ਦਾ ਆਪਣਾ ਵਕੀਲ ਸੀਗਾ। ਤੋ CLTA ਉਹਨਾਂ ਅਕਿਊਜ਼ ਨੂੰ ਡਿਫੈਂਡ ਕਰ ਰਹੀ ਸੀ ਕੋਰਟ ਦੇ ਵਿੱਚ। ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਨੂੰ ਵੀ ਲਿਖਿਆ ਜੀ ਇਹਦੇ ਉੱਤੇ। ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਨ ਦਾ ਮੀਨਵਾਈਲ ਜਦੋਂ ਸਾਡੇ ਕੋਲ ਇਹ ਸਾਹਮਣੇ ਆ ਗਿਆ ਕਿ ਉਹ 5 ਦੇ ਵਿੱਚੋਂ 3 ਬੱਚਿਆਂ ਦੇ ਜਿਹੜੇ ਓਰੀਜਨਲ ਏਜ ਪ੍ਰੂਫ ਡਾਕੂਮੈਂਟ ਸਾਡੇ ਕੋਲ ਆ ਗਏ, ਜਿਹੜੇ ਇਹ ਦਰਸਾਉਂਦੇ ਨੇ ਕਿ ਉਹ ਤਿੰਨਾਂ ਦੇ ਜਿਹੜੇ ਏਜ ਪ੍ਰੂਫ ਨੇ ਜਿਹੜੇ ਉਹਨਾਂ ਨੇ ਕਲੇਮ ਕੀਤਾ ਕਿ ਸਾਡਾ ਡੇਟ ਆਫ ਬਰਥ ਹੈ, ਉਹਨਾਂ ਤੋਂ ਕਾਫੀ ਡਿਫਰੈਂਟ ਸੀ। ਇੱਕ ਮੁੰਡੇ ਦਾ 4.5 ਸਾਲ ਦਾ ਗੈਪ ਹੈ, ਦੂਜੇ ਦਾ 3.5 ਸਾਲ ਦਾ, ਤੀਸਰੇ ਦਾ 1.5 ਸਾਲ ਦਾ ਗੈਪ ਹੈ। ਉਹਨਾਂ 3 ਮੁੰਡਿਆਂ ਦੇ ਵਿੱਚੋਂ ਇੱਕ ਜਿਹੜਾ ਹੈ ਜੂਨੀਅਰ ਡੇਵਿਸ ਕੱਪ ਪਲੇਅਰ ਵੀ ਰਹਿ ਚੁੱਕਿਆ। ਸੋ ਇਹਨਾਂ ਨੂੰ CLTA ਸ਼ਰੇਆਮ ਇਹਨਾਂ ਨੂੰ ਡਿਫੈਂਡ ਕਰ ਰਹੀ ਸੀ। CLTA ਦੇ ਅੰਦਰ ਇੱਕ ਇਲੀਗਲ ਅਕੈਡਮੀ ਰਨ ਹੋ ਰਹੀ ਹੈ ਬਾਏ ਦਾ ਨੇਮ ਆਫ ਚੰਡੀਗੜ੍ਹ ਅਕੈਡਮੀ ਫॉर ਰੂਰਲ ਟੈਨਿਸ। ਉਸ ਅਕੈਡਮੀ ਦਾ ਕਰਤਾ ਧਰਤਾ ਚੇਅਰਮੈਨ ਜਿਹੜਾ ਹੈ ਉਹ ਰਾਜਨ ਕਸ਼ਯਪ ਹੈ। ਤੋ ਰਾਜਨ ਕਸ਼ਯਪ ਇਸ ਸਾਰੇ ਚੀਜ਼ ਦਾ ਬ੍ਰੇਨ ਚਾਈਲਡ ਹੈ। ਤੋ ਇਸ ਚਾਰਟ ਦੇ ਨਾਮ ਤੇ ਜਿਹੜੀ ਚੰਡੀਗੜ੍ਹ ਅਕੈਡਮੀ ਫॉर ਰੂਰਲ ਟੈਨਿਸ ਹੈ, ਇਹਨਾਂ ਦੇ ਜਿਹੜੇ ਇਹ 5 ਬੱਚੇ ਜਿਹੜੇ ਆ ਇਹਦੇ ਅੰਦਰ ਰੈਜ਼ੀਡੈਂਸ਼ੀਅਲ ਅਕੈਡਮੀ ਦੇ ਵਿੱਚ ਰਹਿੰਦੇ ਸੀ। ਇਹਨਾਂ ਦੇ ਨਾਮ ਤੇ ਚਾਰਟ ਨੂੰ ਕਰੋੜਾਂ ਰੁਪਏ ਫੰਡਿੰਗ ਆਉਂਦੀ ਹੈ ਪੰਜਾਬ ਸਰਕਾਰ ਤੋਂ। ਅੱਜ ਦੀ ਡੇਟ ਦੇ ਵਿੱਚ ਵੀ ਇਹਨਾਂ ਨੂੰ ਫੰਡਿੰਗ ਆ ਰਹੀ ਹੈ ਹੋਂਡਾ ਤੋਂ, ਬਾਕੀ ਹੋਰ ਪ੍ਰਾਈਵੇਟ ਕੰਪਨੀਜ਼ ਤੋਂ ਇਹਨਾਂ ਦੇ ਨਾਂ ਤੇ ਸਪਾਂਸਰਸ਼ਿਪ ਆ ਰਹੀ ਹੈ। ਸੋ ਇਹ ਪੈਸੇ ਦੀ ਖੇਡ ਹੈ ਇਹਨਾਂ ਦੀ ਪੈਸੇ ਦੀ ਭੁੱਖ ਜਿਹੜੀ ਹੈ CLTA ਦੀ ਚਾਰਟ ਦੀ, ਇਹ ਜਿਹੜੀ ਹੈ ਇਸ ਸਾਰੇ ਚੀਜ਼ ਦੇ ਪਿੱਛੇ ਇਹਦਾ ਮੂਲ ਕਾਰਨ ਹੈ। ਤੇ ਜਦੋਂ ਕੋਈ ਵੀ ਸਾਡੀ ਸੁਣਵਾਈ ਨਹੀਂ ਹੋਈ, ਉੱਤੋਂ ਇਹਨਾਂ ਦੇ ਜਾਲੀ ਸਰਟੀਫਿਕੇਟ ਜਦੋਂ ਫੜੇ ਗਏ ਤੇ ਆਪਾਂ ਉਹਦੇ ਬੇਸਿਸ ਤੇ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਨੂੰ ਵੀ ਲਿਖਿਆ ਕਿ ਤੁਸੀਂ ਇਹਦੇ ਤੇ ਕਾਰਵਾਈ ਕਰੋ। ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਆਪਾਂ ਉਹ ਜਿਹੜੇ ਜਾਲੀ ਸਰਟੀਫਿਕੇਟ ਸੀ ਉਹ ਕੋਰਟ ਦੇ ਵਿੱਚ ਦਿੱਤੇ। ਕੋਰਟ ਨੇ ਉਹਨਾਂ ਨੂੰ ਵੈਰੀਫਾਈ ਚੰਡੀਗੜ੍ਹ ਪੁਲਿਸ ਤੋਂ ਕਰਾਇਆ ਤੇ ਉਹਦੇ ਤੇ ਆਪਾਂ ਇਹਨਾਂ ਦੀ ਬੇਲ ਕੈਂਸਲੇਸ਼ਨ ਦੀ ਐਪਲੀਕੇਸ਼ਨ ਪਾਈ ਹੋਈ ਹੈ। ਇਨ ਦਾ ਮੀਨਵਾਈਲ ਲਾਕਡਾਊਨ ਹੋ ਗਿਆ ਤਾਂ ਫਿਰ ਆਪਾਂ ਹਰਿਆਣਾ ਸਰਕਾਰ ਨੂੰ ਜਿਹੜਾ ਹੈ, ਕਿਉਂਕਿ ਇਹਨਾਂ ਤਿੰਨੋਂ ਦੇ 3 ਮੁੰਡੇ ਜਿਹੜੇ ਸੀ ਇਹ ਹਰਿਆਣਾ ਦੇ ਸੀ, ਤੇ ਹਰਿਆਣਾ ਦੇ ਸਿਹਤ ਵਿਭਾਗ ਨੂੰ ਆਪਾਂ ਲਿਖਿਆ ਕਿ ਇਹਨਾਂ ਦੇ ਬਰਥ ਸਰਟੀਫਿਕੇਟ ਜਿਹੜੇ ਆ ਉਹ ਕੈਂਸਲ ਕੀਤੇ ਜਾਣ। ਤੋ ਉਸ ਕਾਰਵਾਈ ਦੇ ਅਧੀਨ ਜਿਹੜਾ ਹੈ ਇੱਕ ਮੁੰਡੇ ਦਾ ਆਲਰੇਡੀ ਹਿਸਾਰ ਦੇ ਰਜਿਸਟਰਾਰ ਨੇ ਉਹ ਬਰਥ ਸਰਟੀਫਿਕੇਟ ਕੈਂਸਲ ਕਰਤਾ ਹੈ।
ਉਹਦੇ ਬਾਪ ਦੇ ਉੱਤੇ ਤੇ ਉਹਦੇ ਜਿਹੜੇ ਦੋ ਗਵਾਹ ਸੀ ਉਹਨਾਂ ਦੇ ਉੱਤੇ FIR ਵੀ ਹੋ ਗਈ ਹੈ ਹਿਸਾਰ ਦੇ ਵਿੱਚ ਆਜ਼ਾਦ ਨਗਰ ਪੁਲਿਸ ਸਟੇਸ਼ਨ ਤੇ, ਤੇ ਬਾਕੀ ਦੋ ਮੁੰਡਿਆਂ ਦੇ ਉੱਤੇ ਜਿਹੜੀ ਹੈ FIR ਕਾਰਵਾਈ ਜਿਹੜੀ ਹੋ ਰਹੀ ਹੈ, ਉਹਨਾਂ ਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ। ਉਹਨਾਂ ਦੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਡਾਕੂਮੈਂਟਸ ਆਪਾਂ ਸਰਕਾਰ ਨੂੰ ਦਿੱਤੇ ਸੀ ਕਿ ਇਹ ਐਗਜ਼ਿਸਟ ਕਰ ਰਹੇ, ਉਹ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਐਕਸੈਪਟ ਕਰ ਲਏ ਕਿ ਉਹ ਡਾਕੂਮੈਂਟ ਐਗਜ਼ਿਸਟ ਕਰਦੇ ਨੇ, ਉਹਨਾਂ ਦੇ ਸਕੂਲਾਂ ਨੇ ਉਹ ਵੈਰੀਫਾਈ ਕਰਤਾ ਹੈ। ਸੋ ਇੱਕੋ ਹੀ ਬੱਚੇ ਦੇ ਦੋ ਡਾਕੂਮੈਂਟਰੀ ਐਵੀਡੈਂਸ ਕਿਵੇਂ ਹੋ ਸਕਦੇ ਨੇ ਡੇਟ ਆਫ ਬਰਥ ਦੇ? ਸੋ ਇਹ ਸਪੋਰਟਸ ਦੇ ਵਿੱਚ ਫਰਾਡ ਦਾ ਵੀ ਮਾਮਲਾ ਹੈ। ਇਸ ਸਾਰੇ ਚੀਜ਼ ਨੂੰ ਵੀ ਆਪਾਂ CLTA ਨੂੰ ਵੀ, ਆਲ ਇੰਡੀਆ ਟੈਨਿਸ ਐਸੋਸੀਏਸ਼ਨ ਨੂੰ ਵੀ ਲਿਖਿਆ, ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਤੋ ਇਹ ਜਿਹੜੀ ਹੁਣ ਲੇਟੈਸਟ ਐਪਲੀਕੇਸ਼ਨ 156 ਦੇ ਵਿੱਚ ਹੈ, ਜਦੋਂ ਪੁਲਿਸ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਇਹਨਾਂ ਅਫੀਸ਼ੀਅਲਸ ਦੇ ਚਾਰਜ ਕਰਨ 'ਤੇ, ਤਾਂ ਫਿਰ ਸਾਨੂੰ ਕੋਰਟ ਦੇ ਵਿੱਚ ਜਾਣਾ ਪਿਆ। ਤੇ ਕੋਰਟ ਦੇ ਵਿੱਚ ਜਿਹੜੇ ਪੁਰਾਣੀ CLTA ਦੀ ਮੈਨੇਜਮੈਂਟ ਹੈ, ਨਵੀਂ CLTA ਦੀ ਮੈਨੇਜਮੈਂਟ ਹੈ, ਆਲ ਇੰਡੀਆ ਟੈਨਿਸ ਐਸੋਸੀਏਸ਼ਨ, ਸਾਰਿਆਂ ਨੂੰ ਇਹਦੇ ਵਿੱਚ ਪਾਰਟੀ ਬਣਾਇਆ ਗਿਆ। ਨਾਲ ਜਿਹੜਾ ਹੈ ਉਸ ਟਾਈਮ ਦਾ ਜਿਹੜਾ ਸੈਕਟਰ 3 ਦਾ ਪੁਲਿਸ ਇੰਚਾਰਜ ਹੈ ਨੀਰਜ ਸਰਨੇ ਦਾ ਜਿਹੜਾ ਇਹਦੇ ਵਿੱਚ ਡਿਊਬੀਅਸ ਰੋਲ ਹੈ, ਉਹਦੇ ਕਰਕੇ ਉਹਨੂੰ ਪਾਰਟੀ, ਨੀਰਜ ਸਰਨੇ ਦਾ ਇਹਦੇ 'ਚ ਬਹੁਤ ਡਿਊਬੀਅਸ ਰੋਲ ਹੈ, ਕਿਉਂਕਿ ਉਹਦਾ ਆਪਣਾ ਭਰਾ ਰੀਅਲ ਬ੍ਰਦਰ ਧੀਰਜ ਸਰਨਾ ਉਹ ਚੰਡੀਗੜ੍ਹ ਲੌਨ ਟੈਨਿਸ ਐਸੋਸੀਏਸ਼ਨ ਦਾ ਅਫੀਸ਼ੀਅਲ ਸੀਗਾ ਉਸ ਟਾਈਮ ਤੇ ਕਿਤੇ ਵੀ ਨੀਰਜ ਸਰਨਾ ਨੇ ਆਪਣਾ ਜਿਹੜਾ ਇੰਟਰਸਟ ਇਸ ਮੈਟਰ ਦੇ ਵਿੱਚ ਕਿਤੇ ਵੀ ਸ਼ੋਅ ਨਹੀਂ ਕੀਤਾ, ਰਾਈਟ। ਔਰ ਉਹਦਾ ਬੜਾ ਇਹਦੇ 'ਚ ਡਿਊਬੀਅਸ ਰੋਲ ਸੀਗਾ, ਜਿਸ ਕਰਕੇ ਇਹ ਸਾਰਾ ਮਾਮਲਾ ਇਸ ਤਰ੍ਹਾਂ ਪਚੀਦਾ ਹੋਇਆ। ਤੇ ਸਰ ਡਾਇਰੈਕਟਲੀ ਅਗਰ ਕਹੀਏ ਤੇ DGP ਦਿਨਕਰ ਗੁਪਤਾ ਤੇ ਵਿਸ਼ਵਜੀਤ ਖੰਨਾ ਦਾ ਕੀ ਰੋਲ ਹੈਗਾ? ਵਿਸ਼ਵਜੀਤ ਖੰਨਾ ਪਿਛਲੇ ਸਪਟੈਂਬਰ ਤੋਂ ਇਸ CLTA ਦੇ ਪ੍ਰੈਜ਼ੀਡੈਂਟ ਹੈ। ਜਦੋਂ ਤੋਂ ਇਹ ਮਾਮਲਾ ਜੁਲਾਈ ਦੇ ਵਿੱਚ ਹੋਇਆ ਸੀ, ਅਗਸਤ ਦੇ ਵਿੱਚ ਇਹਦੇ 'ਤੇ FIR ਹੋਈ ਹੈ, ਸਪਟੈਂਬਰ ਦੇ ਵਿੱਚ ਕੋਰਟ ਪ੍ਰੋਸੀਡਿੰਗ ਸ਼ੁਰੂ ਹੋ ਗਈਆਂ ਸੀ। ਉਸ ਟਾਈਮ ਤੋਂ ਵਿਸ਼ਵਜੀਤ ਖੰਨਾ ਤੇ ਉਹਨਾਂ ਦਾ ਜਿਹੜਾ ਪੂਰੀ ਦੀ ਪੂਰੀ ਕਮੇਟੀ ਹੈ, ਉਹਨਾਂ ਦੀ ਦੇਖ ਰੇਖ ਅਧੀਨ ਜਿਹੜਾ ਹੈ, ਉਹਨਾਂ ਨੇ ਆਪ ਇਹਨਾਂ ਦੇ ਆਪਣਾ CLTA ਦੇ ਵਕੀਲ ਜਿਹੜਾ ਹੈ ਉਹ ਇਹਨਾਂ ਅਕਿਊਜ਼ਡ ਨੂੰ ਡਿਫੈਂਡ ਕਰ ਰਿਹਾ, ਔਰ ਇਹ ਸਾਰਾ ਕੁਝ ਵਿਸ਼ਵਜੀਤ ਖੰਨੇ ਦੀ ਦੇਖ ਰੇਖ ਦੇ ਅੰਦਰ ਹੋ ਰਿਹਾ। ਉਸ ਇਹਨਾਂ ਦੇ ਜਿਹੜੇ ਅਫੀਸ਼ੀਅਲਸ ਨੇ, ਉਹ ਵਿਸ਼ਵਜੀਤ ਖੰਨੇ ਦੀ ਜਿਹੜੀ ਕਮੇਟੀ ਸੀ ਉਹਦੇ ਅੰਦਰ ਉਹਨਾਂ ਨੂੰ ਬੇਲ ਬੌਂਡ ਭਰੇ ਨੇ। ਤੋ ਇਹਨਾਂ ਦੀ ਪੂਰੀ ਇਹਦੇ ਵਿੱਚ ਇਹਨਾਂ ਨੂੰ ਅਕਿਊਜ਼ ਨੂੰ ਡਿਫੈਂਡ ਕਰਨ ਦੀ ਜਿਹੜੀ ਹੈ, ਸੋ ਦੈਟ ਕਿ ਕੱਲ੍ਹ ਨੂੰ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਹੋਵੇ ਤੇ ਅਕਿਊਜ਼ ਨੂੰ ਡਿਫੈਂਡ ਕੀਤਾ ਜਾਵੇ। ਉਹ ਅਕਿਊਜ਼ ਦੇ ਨਾਂ 'ਤੇ ਜਿਹੜੇ ਸਪਾਂਸਰਸ਼ਿਪਸ ਆ ਰਹੀਆਂ ਨੇ ਕਰੋੜਾਂ ਰੁਪਇਆਂ ਦੇ, ਉਹਨੂੰ ਡਿਫੈਂਡ ਕਰ ਰਹੇ ਨੇ ਇਹ ਸਾਰੇ ਜਣੇ ਰਲ ਕੇ। ਵਿਸ਼ਵਜੀਤ ਖੰਨਾ ਪ੍ਰੈਜ਼ੀਡੈਂਟ ਹੈ, ਸੁਧੀਰ ਰਾਜਪਾਲ ਜਿਹੜਾ ਹੈ ਐਡੀਸ਼ਨਲ ਚੀਫ ਸੈਕਟਰੀ ਹਰਿਆਣਾ ਦਾ, ਉਹ ਸੈਕਟਰੀ ਹੈ। ਉਹ ਸ਼ਰੇਆਮ ਇਸ ਚੀਜ਼ ਨੂੰ ਉਲਟ ਕੇ ਦੱਸ ਰਹੇ ਨੇ ਕਿ ਜੀ ਇਹ ਕਾਊਂਟਰ ਬਲਾਸਟ ਦਾ ਕੇਸ ਹੈ। ਕਦੀ ਇੰਡੀਆ ਦੇ ਵਿੱਚ ਇਸ ਤਰ੍ਹਾਂ ਕਦੀ ਤੁਸੀਂ ਸੁਣਿਆ ਹੋਵੇਗਾ ਕਿ ਬੱਚੀ ਦਾ ਫਾਦਰ ਜਿਹੜਾ ਹੈ ਮੋਲੈਸਟੇਸ਼ਨ ਦੀ ਕੰਪਲੇਂਟ ਲੈ ਕੇ ਗਿਆ ਹੋਵੇ ਮੈਨੇਜਮੈਂਟ ਕੋ, ਔਰ ਮੈਨੇਜਮੈਂਟ ਨੇ ਉਲਟਾ ਬੱਚੀ ਦੇ ਫਾਦਰ ਦੇ ਉੱਤੇ FIR ਕਰਾ ਦਿੱਤੀ ਹੋਵੇ। ਇਹ ਪਹਿਲੀ ਵਾਰੀ ਇਸ ਇੰਡੀਆ ਦੇ ਵਿੱਚ ਇਹ ਪਹਿਲਾ ਕੇਸ ਹੋਏਗਾ ਸ਼ਾਇਦ, ਠੀਕ ਹੈ। ਇਸ ਸਾਰੀ ਚੀਜ਼ ਦੇ ਬਾਵਜੂਦ, ਜਾਣਦੇ ਹੋਣ ਦੇ ਬਾਵਜੂਦ ਵੀ ਉਹ ਇਸ ਸਾਰੀ ਚੀਜ਼ ਨੂੰ ਡਿਫੈਂਡ ਕਰ ਰਹੇ ਨੇ ਪਿਛਲੇ 1 ਸਾਲ ਤੋਂ ਵਿਸ਼ਵਜੀਤ ਖੰਨਾ। ਸੋ ਪੂਰੇ ਦਾ ਪੂਰਾ ਉਹਨਾਂ ਦਾ ਇਸ ਸਾਰੇ ਚੀਜ਼ ਨੂੰ ਛੜਯੰਤਰ ਦੇ ਵਿੱਚ ਪੂਰੇ ਦਾ ਪੂਰਾ ਉਹਨਾਂ ਦਾ ਹੱਥ ਹੈ। ਸੋ ਉਹਨਾਂ 'ਤੇ ਪੂਰੇ ਅਸੀਂ ਅਕਿਊਜ਼ ਕਰ ਰਹੇ ਹਾਂ ਉਹਨਾਂ ਨੂੰ ਕਿ ਇਸ ਚੀਜ਼ ਨੂੰ ਡਿਫੈਂਡ ਕਰ ਰਹੇ ਨੇ। ਹੁਣ ਤੁਸੀਂ ਪੋਕਸੋ ਐਕਟ ਲਗਾਉਣ ਦੀ ਇਹਨਾਂ ਦੇ ਉੱਤੇ ਮੰਗ ਕੀਤੀ? ਪੋਕਸੋ ਸੈਕਸ਼ਨ 21 ਦੇ ਵਿੱਚ ਬੜਾ ਕਲੀਅਰ ਹੈ ਕਿ ਜਦੋਂ ਕੋਈ ਵੀ ਹਰੈਸਮੈਂਟ ਦਾ ਕੋਈ ਵੀ ਵਾਇਲੇਸ਼ਨ ਹੁੰਦੀ ਹੈ ਕਿਸੇ ਵੀ ਜੁਵੇਨਾਈਲ ਦੇ ਅਗੇਂਸਟ, ਤੇ ਉਹ ਮੈਨੇਜਮੈਂਟ ਕੋਲ ਜਦੋਂ ਕੰਪਲੇਂਟ ਆਈ ਹੈ ਵਿਦਿਨ 24 ਆਵਰਸ ਉਹ ਪੁਲਿਸ ਨੂੰ ਰਿਪੋਰਟ ਕਰਨੀ ਹੁੰਦੀ ਹੈ। ਜੇ ਪੁਲਿਸ ਦੀ ਰਿਪੋਰਟ ਨਹੀਂ ਹੁੰਦੀ ਵਿਦਿਨ 24 ਆਵਰਸ ਤੇ ਉੱਥੇ ਹੀ ਵਾਇਲੇਸ਼ਨ ਹੋ ਜਾਂਦੀ ਹੈ ਸੈਕਸ਼ਨ 21 ਦੇ। ਮਈ 2019 ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀਗਾ। 10 ਮਈ ਦੀ ਕੰਪਲੇਂਟ ਹੈ, ਇਹਨਾਂ ਨੇ ਕੋਈ ਰਿਪੋਰਟ ਨਹੀਂ ਕੀਤੀ। ਉਸ ਤੋਂ ਬਾਅਦ ਵੀ ਜਦੋਂ ਜੁਲਾਈ ਦਾ ਵੀ ਇਨਸੀਡੈਂਟ ਹੋਇਆ, ਇਹਨਾਂ ਨੂੰ ਰੀਚ ਆਊਟ ਕੀਤਾ, ਇਹਨਾਂ ਨੇ ਕੋਈ ਉਸ ਮਾਮਲੇ 'ਤੇ ਕੋਈ ਐਕਸ਼ਨ ਨਹੀਂ ਲਿਆ। ਇਹਨਾਂ ਨੇ ਫਰਜ਼ੀਵਾੜੇ ਦੇ ਵਿੱਚ ਮਈ ਦੇ ਵਿੱਚ ਵੀ 2 ਮੈਂਬਰ ਦੀ ਕਮੇਟੀ, 2 ਵੂਮਨ EMPLOYEES ਦੀ ਕਮੇਟੀ ਬਣਾਤੀ ਜਿਹੜੀ ਕਿ ਵਿਸ਼ਾਖਾ ਗਾਈਡਲਾਈਨਸ ਦੇ ਅਗੇਂਸਟ ਹੈ। ਇਹਨਾਂ ਨੇ ਉਹ 2 ਮੈਂਬਰੀ ਕਮੇਟੀ ਜਿਹੜੀ ਹੈ ਵਿਸ਼ਾਖਾ ਗਾਈਡਲਾਈਨਸ ਨੂੰ ਵਾਇਲੇਟ ਕਰਦੀ ਹੈ, ਜਿਹੜੀ ਮਾਨਯ ਸੁਪਰੀਮ ਕੋਰਟ ਨੇ ਦਿੱਤੀਆਂ ਸੀ। ਸੋ ਪੂਰੇ ਦਾ ਪੂਰਾ ਜੋ ਵੀ ਇਹ ਸਟੈਪ ਲੈ ਰਹੇ ਨੇ ਸ਼ੁਰੂ ਤੋਂ ਲੈ ਕੇ, ਉਹ ਹਰ ਇੱਕ ਚੀਜ਼ ਦੀ ਵਾਇਲੇਸ਼ਨ ਹੈ। ਇਹ ਆਪਣੇ ਆਪ ਨੂੰ ਸਿਰਫ ਕਿਉਂਕਿ ਇਹ ਕੋਟਰੀ ਰਲੀ ਹੋਈ ਹੈ ਬਿਊਰੋਕਰੈਟਸ ਦੀ, ਇਹ ਆਪਣੇ ਆਪ ਨੂੰ ਇਸ ਕਰਕੇ ਉਹ ਡਿਫੈਂਡ ਕਰੀ ਜਾਂਦੇ ਨੇ। ਔਰ ਇਹਨਾਂ ਨੂੰ ਲੱਗਦਾ ਹੈ ਕਿ ਆਪਾਂ ਆਮ ਪਬਲਿਕ ਨੂੰ ਡਰਾ ਕੇ ਧਮਕਾ ਕੇ ਆਪਾਂ ਇਹਨਾਂ ਦਾ ਇਹ ਕੇਸ ਜਿਹੜਾ ਹੈ ਠੱਪ ਕਰਵਾ ਦਾਂਗੇ।
ਜਦਕਿ ਆਪਣੇ ਮਾਨਨੀ ਪ੍ਰਧਾਨ ਮੰਤਰੀ ਦਾ ਇੱਕ ਨਾਅਰਾ ਰਿਹਾ ਹੈ ਪਿਛਲੇ 5 ਸਾਲਾਂ ਤੋਂ, ਬੇਟੀ ਬਚਾਓ ਬੇਟੀ ਪੜ੍ਹਾਓ। ਇਹ ਮੈਨੂੰ ਸਮਝ ਨਹੀਂ ਆ ਰਿਹਾ, ਇਹ ਚੰਡੀਗੜ੍ਹ ਦੇ ਵਿੱਚ ਯੂਨੀਅਨ ਟੈਰੀਟਰੀ ਹੈ, ਛੋਟਾ ਜਿਹਾ ਸ਼ਹਿਰ ਹੈ, ਇੱਥੋਂ ਦੀ ਸਰਕਾਰ ਜਿਹੜੀ ਹੈ, ਇੱਥੋਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਇਹ ਬੇਟੀ ਬਚਾਓ ਤਾਂ ਸਮਝ ਨਹੀਂ ਆ ਰਿਹਾ, ਇਹ ਬੇਟੇ ਜ਼ਰੂਰ ਬਚਾ ਰਹੇ, ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਬਚਾ ਰਹੇ ਨੇ। 1 ਸਾਲ ਤੋਂ ਮੇਰੀ ਬੱਚੀ ਟਰਾਈ ਸਿਟੀ ਦੇ ਵਿੱਚ ਲਾਸਟ ਈਅਰ ਜੁਲਾਈ ਦੇ ਵਿੱਚ ਟਰਾਈ ਸਿਟੀ ਦੇ ਵਿੱਚ ਅੰਡਰ 18 ਆਲ ਇੰਡੀਆ ਹਾਈਐਸਟ ਰੈਂਕਡ ਪਲੇਅਰ ਸੀਗੀ, ਉਹਦਾ 66 ਰੈਂਕ ਸੀਗਾ, ਉਹ 15 ਸਾਲ ਦੀ ਸੀ ਉਦੋਂ, ਠੀਕ ਹੈ। ਉਹ ਉਸ ਤੋਂ ਬਾਅਦ ਉਹ ਬੱਚੀ ਨੇ ਰੈਕਟ ਨਹੀਂ ਚੱਕਿਆ, 1 ਸਾਲ ਤੋਂ ਘਰ ਬੈਠੀ ਹੈ। ਔਰ ਜਿਹੜੇ ਅਕਿਊਜ਼ ਸੀਗੇ ਉਹ ਬੇਲ ਲੈ ਕੇ ਨਾਲ ਦੀ ਨਾਲ ਉਹ CLTA ਦੇ ਵਿੱਚ ਮਾਰਚ ਤੱਕ ਉਹ CLTA ਦੇ ਵਿੱਚ ਖੇਡ ਰਹੇ ਸੀਗੇ, ਠੀਕ ਹੈ। ਉਹ ਜਦੋਂ ਲੋਕਡਾਊਨ ਹੋਇਆ ਉਦੋਂ ਇਹਨਾਂ ਨੇ ਉਹਨਾਂ ਨੂੰ ਮਾਨਨੀय ਸਤਿਕਾਰ ਨਾਲ ਘਰ ਭੇਜਿਆ, ਤੇ ਜਿੱਦਣ ਉਹ ਲੋਕਡਾਊਨ ਖੁੱਲ੍ਹ ਗਿਆ ਇਹ ਵਾਪਸ ਫਿਰ ਆ ਜਾਣੇ। ਸੋ ਇਸ ਭਾਰਤ ਦੇ ਵਿੱਚ ਜਿੱਥੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਹੈ, ਉੱਥੇ ਪੰਜਾਬ ਤੇ ਹਰਿਆਣੇ ਦੇ ਅਫੀਸ਼ੀਅਲ ਜਿਹੜੇ ਨੇ ਉਹ ਬੇਟੀਆਂ ਦੇ ਉੱਤੇ ਇਹ ਅਤਿਆਚਾਰ ਕਰ ਰਹੇ ਨੇ, ਔਰ ਅਕਿਊਜ਼ ਜਿਹੜੇ ਜਿਨ੍ਹਾਂ ਤੇ ਸ਼ਰੇਆਮ ਬਲੇਮ ਲੱਗਾ ਹੋਇਆ ਹੈ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ। ਸੋ ਮੇਰਾ ਸਰਕਾਰ ਤੇ ਸੈਂਟਰਲ ਗਵਰਨਮੈਂਟ ਤੇ ਮੇਰੀ ਇਹ ਅਪੀਲ ਹੈ ਕਿ ਇਹ ਹਾਈ ਐਂਡ ਮਾਈਟੀ ਜਿਹੜਾ ਹੈ ਦੇ ਕੈਨ ਨਾਟ ਆਲਵੇਜ਼ ਗੈਟ ਅਵੇ, ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਜਿਨ੍ਹਾਂ ਦਾ ਜਿਹੜੀ FIR ਦੇ ਵਿੱਚ ਨਾਮ ਹੈ ਉਹਨਾਂ ਤੇ ਚਾਰਜਿਸ ਪ੍ਰੈਸ ਹੋਣੇ ਚਾਹੀਦੇ, ਔਰ ਜਸਟਿਸ ਪ੍ਰੀਵੇਲ ਕਰਨਾ ਚਾਹੀਦਾ। ਕਿਉਂਕਿ ਮੇਰੀ ਇਸ ਕੰਪਲੇਂਟ ਦੇ ਵਿੱਚ ਉਸ ਦਿਨ 3 ਬੱਚੀਆਂ ਦੇ ਨਾਲ ਛੇੜਖਾਨੀ ਹੋਈ ਹੈ, ਉਹ ਬਾਕੀ ਦੀਆਂ 2 ਬੱਚੀਆਂ ਇਸੇ ਦੇ ਵਿੱਚ ਉਹ ਵਿਟਨੈਸ ਨੇ ਮੇਰੀ FIR ਦੇ ਵਿੱਚ। ਇਹ ਕੋਈ ਇੱਕੋ ਮਾਮਲਾ ਨਹੀਂ ਹੈ, ਠੀਕ ਹੈ। ਸੋ ਜਦੋਂ ਵਿਟਨੈਸ ਵੀ ਹੈ, ਸਭ ਕੁਝ ਹੈ, ਕੋਈ ਸੁਣਵਾਈ ਨਹੀਂ ਹੈ ਕਿਤੇ ਵੀ, ਕੋਈ ਤੁਸੀਂ ਬੜੇ ਐਲੀਗੇਸ਼ਨ ਜਿਹੜੇ ਲਗਾਏ ਹੈ ਤੁਸੀਂ ਕਿ 2 ਬੇਟੀਆਂ ਨਾਲ ਹੋਰ ਵੀ ਇਸ ਤਰ੍ਹਾਂ ਹੋਇਆ ਹੈ, ਉਹਨਾਂ ਵੱਲੋਂ ਵੀ ਕੰਪਲੇਂਟ ਦਿੱਤੀ ਗਈ, ਉਹਨਾਂ ਦੇ ਵਿੱਚ ਵੀ ਕੀ ਇਹ ਸਭ ਜਾਣਦੇ ਸੀਗੇ, ਜਿਹੜੇ ਮੈਨੇਜਮੈਂਟ ਪੂਰੀ ਜਾਣਦੀ ਸੀਗੀ ਕਿ ਇਸ ਤਰ੍ਹਾਂ ਹੋ ਰਿਹਾ ਉੱਥੇ? ਇੱਕ ਹੋਰ ਫਾਦਰ ਨੇ ਉਸੇ ਦਿਨ ਕੰਪਲੇਂਟ ਦਿੱਤੀ ਸੀ, ਪੁਲਿਸ ਨੂੰ ਦਿੱਤੀ ਸੀ, ਉਹਦੇ ਉੱਤੇ ਵੀ CLTA ਨੇ ਕਾਊਂਟਰ ਕੰਪਲੇਂਟ ਕਰਵਾਤੀ ਨੀਰਜ ਸਰਨਾ ਕੋਲ ਹੀ। ਉਹ ਮਾਮਲਾ ਅੱਗੇ FIR ਦੇ ਵਿੱਚ ਕਨਵਰਟ ਨਹੀਂ ਹੋਇਆ, ਪਰ ਉਹ ਰਿਕਾਰਡ ਦੇ ਵਿੱਚ ਹਜੇ ਵੀ ਉੱਥੇ ਹੈਗਾ, ਰਾਈਟ। ਸੋ ਉਹ ਦੋਨੋਂ ਬੱਚੀਆਂ ਜਿਹੜੀਆਂ ਨੇ ਉਹ ਵੀ ਜੁਵੇਨਾਈਲ ਬੱਚੀਆਂ ਨੇ, ਉਹ ਦੋਨੋਂ ਬੱਚੀਆਂ ਮੇਰੀ ਕੰਪਲੇਂਟ ਦੇ ਵਿੱਚ ਵਿਟਨੈਸ ਨੇ। ਸੋ ਇਹ ਮਾਮਲਾ ਇੱਕ ਬੱਚੀ ਦੇ ਉੱਤੇ ਹਰਾਸਮੈਂਟ ਦਾ ਨਹੀਂ ਹੈ, 3 ਬੱਚੀਆਂ ਦੇ ਉੱਤੇ ਹਰਾਸਮੈਂਟ ਤੇ ਵਾਇਲੇਸ਼ਨ ਆਫ ਦ ਰਾਈਟਸ ਦਾ ਮਾਮਲਾ ਹੈ। ਸੋ ਇਟਸ ਅ ਗੈਂਗ ਐਕਟੀਵਿਟੀ ਵਿਚ ਹੈਜ਼ ਹੈਪਨਡ, ਇਟਸ ਅ ਗੈਂਗ ਵਾਇਲੇਸ਼ਨ। ਸੋ ਇਹ ਔਰ ਉਹ ਪਹਿਲੇ ਦਿਨ ਤੋਂ ਇਹਨਾਂ ਨੂੰ ਪਤਾ ਹੈ। ਮਈ ਦੇ ਵਿੱਚ ਪਹਿਲੀ ਕੰਪਲੇਂਟ ਹੋਈ ਸੀ, ਮਈ 2019 ਦੇ ਵਿੱਚ, ਉਦੋਂ ਇਹਨਾਂ ਦੇ ਧਿਆਨ ਦੇ ਵਿੱਚ 10 ਮਈ ਨੂੰ ਮੈਂ ਕੰਪਲੇਂਟ ਦਿੱਤੀ। 10 ਮਈ ਦੀ ਕੰਪਲੇਂਟ ਜਿਹੜੀ ਹੈ ਉਸੇ ਦਿਨ ਚੰਡੀਗੜ੍ਹ ਪੁਲਿਸ ਕੋਲ ਜਾਣੀ ਚਾਹੀਦੀ ਸੀ, ਉਹ ਰਿਟਨ ਦੇ ਵਿੱਚ ਕੰਪਲੇਂਟ ਹੈ, ਉਹਦੇ 'ਚ ਪ੍ਰੈਜ਼ੀਡੈਂਟ ਜੈ ਸਿੰਘ ਗਿੱਲ ਦੇ ਸਿਗਨੇਚਰਸ ਨੇ। ਮੇਘਰਾਜ ਦਾ 11 ਤਰੀਕ ਨੂੰ ਉਹਦੇ 'ਤੇ ਆਫਿਸ ਆਰਡਰ ਇਸ਼ੂ ਹੋਇਆ, 2 ਮੈਂਬਰ ਦੀ ਕਮੇਟੀ ਸੈਟਅਪ ਕੀਤੀ ਹੈ, ਔਰ 2 ਮੈਂਬਰ ਦੀ ਕਮੇਟੀ ਜਿਹੜੀ ਹੈ ਉਹਨਾਂ ਦੇ ਆਪਣੀਆਂ EMPLOYEES ਨੇ, ਇੱਕ ਹੋਸਟਲ ਵਾਰਡਨ ਹੈ ਅੰਜੂ ਸਿੰਘ, ਔਰ ਇੱਕ ਨਿਰੂਪਾ ਮਰਵਾਹਾ ਹੈ ਜਿਹੜੀ ਉਹਨਾਂ ਦੀ ਨਿਊਟ੍ਰੀਸ਼ਨਿਸਟ ਹੈ, ਰਾਈਟ। ਔਰ ਹੈਰਾਨੀ ਦੀ ਗੱਲ ਤੁਸੀਂ ਇੱਕ ਹੋਰ ਦੇਖੋ, ਇਹ ਬਾਅਦ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ, ਇਹਨਾਂ ਨੇ 13 ਮਈ ਨੂੰ ਉਹ 2 ਮੈਂਬਰੀ ਕਮੇਟੀ ਰਿਪੋਰਟ ਸਬਮਿਟ ਕਰ ਰਹੀ ਹੈ, ਜਿਹਦੇ ਵਿੱਚ ਬੱਚੀ ਦੇ ਜੋ ਵੀ ਚਾਰਜਸ ਲਾਏ ਨੇ ਉਹਨਾਂ ਨੂੰ ਨਕਾਰਾ ਕਰਤਾ ਹੈ, ਤੇ ਮੁੰਡਿਆਂ ਨੂੰ ਇਹਨਾਂ ਨੇ ਬਰੀ ਕਰਤਾ ਹੈ ਕਿ ਵੀ ਬੱਚੀ ਨੂੰ ਭੁਲੇਖਾ ਪਿਆ, ਮੁੰਡਿਆਂ ਦਾ ਕੋਈ ਕਸੂਰ ਨਹੀਂ ਹੈ। 13 ਤਰੀਕ ਨੂੰ ਉਹਨਾਂ ਨੇ ਰਿਪੋਰਟ ਸਬਮਿਟ ਕਰਤੀ ਹੈ। 14 ਤਰੀਕ ਨੂੰ ਮੇਘਰਾਜ ਜਿਹੜਾ CEO ਹੈ ਉਹ ਇੱਕ ਆਫਿਸ ਆਰਡਰ ਇਸ਼ੂ ਕਰ ਰਿਹਾ ਹੈ, ਜਿਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਇੱਕ ਕੰਪਲੇਂਟ ਰਿਸੀਵ ਹੋਈ ਹੈ ਐਂਡ ਪੈਂਡਿੰਗ ਦ ਇਨਕੁਆਇਰੀ, ਕੰਪਲੀਸ਼ਨ ਆਫ ਦ ਇਨਕੁਆਇਰੀ, ਇਹ 3 ਮੁੰਡੇ ਸਸਪੈਂਡ ਕੀਤੇ ਜਾਂਦੇ ਨੇ। ਇਹ ਦੋਨੋਂ ਡਾਕੂਮੈਂਟਸ ਇਹਨਾਂ ਨੇ ਆਪ ਕੋਰਟ ਦੇ ਵਿੱਚ ਸਬਮਿਟ ਕੀਤੇ ਨੇ, ਠੀਕ ਹੈ। ਦੋਨੋਂ ਡਾਕੂਮੈਂਟਸ ਕੋਐਗਜ਼ਿਸਟ ਨਹੀਂ ਕਰ ਸਕਦੇ। ਜਦੋਂ ਇਨਕੁਆਇਰੀ ਪਹਿਲਾਂ ਕੰਪਲੀਟ ਹੋ ਗਈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸਸਪੈਂਸ਼ਨ ਦਾ ਕੀ ਮਤਲਬ? ਜਾਂ ਜੇ ਬਾਅਦ ਦੇ ਵਿੱਚ ਸਸਪੈਂਡ ਕੀਤਾ ਤਾਂ ਇਨਕੁਆਇਰੀ ਪਹਿਲਾਂ ਕਿਵੇਂ ਹੋ ਗਈ? ਇਹ ਚੋਰ ਜਿਹੜਾ ਹੈ ਇਸੇ ਤਰ੍ਹਾਂ ਫੜਿਆ ਜਾਂਦਾ। ਕਿਉਂਕਿ ਹੋਇਆ ਕੀ ਸੀ ਕਿ ਜਦੋਂ 10 ਮਈ ਨੂੰ ਕੰਪਲੇਂਟ ਦਿੱਤੀ ਸੀ, ਇਹਨਾਂ ਨੇ ਇਨਕੁਆਇਰੀ ਕਮੇਟੀ ਸੈਟਅਪ ਕੀਤੀ ਸੀ 11 ਤਰੀਕ ਨੂੰ। ਮੈਨੂੰ ਇਨਕੁਆਇਰੀ ਦੇ ਵਿੱਚ ਉੱਥੇ ਸ਼ਾਮਲ ਹੋਣ ਲਈ ਕਿਹਾ ਸੀ। ਮੈਂ ਇਨਕੁਆਇਰੀ ਦੇ ਵਿੱਚ ਜਦੋਂ ਸ਼ਾਮਲ ਹੋਏ ਤੇ ਉਹ ਜਿਹੜੀ ਇਨਕੁਆਇਰੀ ਕਮੇਟੀ ਸੀ ਉਹ ਬੜੀ ਵਿੰਡਿਕਟਿਵ ਸੀ, ਉਹ ਬਹੁਤ ਜ਼ਿਆਦਾ ਵਿੰਡਿਕਟਿਵ ਸੀ, ਔਰ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਉਹ ਆਪਣੀ ਕੁਐਸਚਨਿੰਗ ਨੂੰ ਲੈ ਕੇ ਜਾ ਰਹੀ ਸੀ ਬੱਚੀ ਦੇ ਸਾਹਮਣੇ।
ਤੇ ਜਿਹਨੂੰ ਆਪਾਂ ਆਬਜੈਕਟ ਕੀਤਾ ਸੀ ਤੇ ਆਪਾਂ ਵਾਕਆਊਟ ਕਰ ਗਏ ਸੀਗੇ। ਇਹ 13 ਤਰੀਕ ਦਾ ਹੈ, ਠੀਕ ਹੈ। ਤੇ ਉਦੋਂ ਕੋਈ ਇਨਕੁਆਇਰੀ ਕੰਪਲੀਟ ਨਹੀਂ ਹੋਈ। 14 ਤਰੀਕ ਨੂੰ ਮੇਘਰਾਜ ਨੇ ਮੈਨੂੰ SMS ਭੇਜਿਆ, ਔਰ ਉਹ SMS ਅੱਜ ਦੀ ਡੇਟ 'ਚ ਵੀ ਹੈ ਕਿ ਵੀ ਤੁਹਾਡੀ ਇਨਕੁਆਇਰੀ ਉਹ ਜਿਹੜੀ ਹੈ ਉਹ ਰਿਪੋਰਟ ਤਿਆਰ ਹੋ ਗਈ ਹੈ ਤੇ ਬੱਚੀ ਨੂੰ ਕਹੋ ਉਹਦੇ ਤੇ ਆ ਕੇ ਸਾਈਨ ਕਰ ਦੇਵੇ। ਇਹ 14 ਤਰੀਕ ਦਾ ਹੈ, ਠੀਕ ਹੈ। ਤੇ ਮੈਂ ਉਹਦੇ ਤੇ ਉਹਨੂੰ ਵਾਪਸ SMS ਭੇਜਤਾ ਸੀ ਕਿ ਮੈਨੂੰ ਤੁਹਾਡੇ ਤੇ ਕੋਈ ਫੇਥ ਨਹੀਂ ਹੈਗਾ ਤੇ ਮੈਂ ਇਹਨੂੰ ਅੱਗੇ ਪੁਲਿਸ ਦੇ ਵਿੱਚ ਲੈ ਕੇ ਜਾਊਂਗਾ, ਠੀਕ ਹੈ। ਤੇ ਉਸ ਤੋਂ ਬਾਅਦ ਮੈਂ DGP ਨੂੰ ਵੀ ਜਾ ਕੇ ਮਿਲਿਆ ਸੀ ਤੇ ਫਿਰ ਕਾਰਵਾਈ ਦਾ ਮਸਲਾ ਸ਼ੁਰੂ ਹੋਇਆ ਸੀ। ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਕਾਰਵਾਈ ਹੋਏਗੀ ਤੇ ਇਹ ਵਾਪਸ ਮੇਰੇ ਵੱਲ ਭੱਜੇ ਸੀਗੇ ਕੰਪਰੋਮਾਈਜ਼ ਕਰਨ ਲਈ। ਸੋ ਇਹ ਸਾਰਾ ਕੁਝ ਹੋਇਆ ਸੀ ਕਿਉਂਕਿ ਨਾ ਤੇ ਇਨਕੁਆਇਰੀ ਕੰਪਲੀਟ ਹੋਈ, ਨਾ ਇਨਕੁਆਇਰੀ ਤੇ ਬੱਚੀ ਦੇ ਜਾਂ ਮੇਰੇ ਸਿਗਨੇਚਰ ਸੀਗੇ। ਤਾਂ ਉਹ ਇਨਕੁਆਇਰੀ ਕਿਵੇਂ ਕੰਪਲੀਟ ਹੋਈ, ਰਾਈਟ। ਔਰ 13 ਤਰੀਕ ਦੀ ਇਨਕੁਆਇਰੀ ਕੰਪਲੀਟ ਹੋਈ ਹੈ, ਇਹਨਾਂ ਦਾ ਜੋ ਆਰਡਰ ਹੈ। ਉਸ ਤੋਂ ਬਾਅਦ 14 ਤਰੀਕ ਨੂੰ ਉਹ ਕਹਿ ਰਿਹਾ ਕਿ ਵੀ ਹਜੇ ਇਨਕੁਆਇਰੀ ਚੱਲ ਰਹੀ ਹੈ, ਠੀਕ ਹੈ। ਸੋ ਦੋਨੋਂ ਡਾਕੂਮੈਂਟਸ ਕੋ ਐਗਜ਼ਿਸਟ ਨਹੀਂ ਕਰ ਸਕਦੇ। ਇਹੀ ਸਾਰਾ ਕੁਝ ਆਪਾਂ ਆਪਣੀ ਕੰਪਲੇਂਟ ਦੇ ਵਿੱਚ ਦਿੱਤਾ ਹੈ ਕਿ CLTA ਇਨਹੈਰੈਂਟਲੀ ਇਹ ਡਾਕੂਮੈਂਟਸ ਨੂੰ ਫੱਜ ਕਰ ਰਿਹਾ ਹੈ ਅਕਿਊਜ਼ਡ ਨੂੰ ਬਚਾਉਣ ਲਈ, ਆਪਣੇ ਆਪ ਨੂੰ ਬਚਾਉਣ ਲਈ। ਔਰ ਇਹ ਬਹੁਤ ਵੱਡੀ ਵਾਇਲੇਸ਼ਨ ਹੈਗੀ ਹੈ। ਔਰ ਇਹ ਚੰਡੀਗੜ੍ਹ ਦੇ ਵਿੱਚ ਇੱਕ ਛੋਟੇ ਜਿਹੇ ਯੂਨੀਅਨ ਟੈਰੀਟਰੀ ਦੇ ਵਿੱਚ ਇਹ ਜਦੋਂ ਜੇ ਇਹ ਸੈਕਟਰ 10 ਦੇ ਵਿੱਚ ਜੇ ਇਹ ਕੁਝ ਹੋ ਸਕਦਾ ਹੈ ਤੇ ਬਾਹਰ ਜਿਹੜੇ ਪਿੰਡੀ ਥਾਈਂ ਇਹ ਕੀ ਹੋ ਰਿਹਾ ਹੋਏਗਾ। ਔਰ ਮੈਨੂੰ ਤਾਂ ਹੈਰਾਨੀ ਹੈ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਇਹਦੇ ਤੇ ਸੁੱਤੀ ਪਈ ਹੈ। ਇੱਥੇ ਇੰਨੀਆਂ ਸਾਰੀਆਂ ਵਾਇਲੇਸ਼ਨਸ ਨੇ। ਪਹਿਲਾਂ ਵੀ ਇਸ ਤੋਂ ਇਲਾਵਾ CLTA ਦੇ ਵਿੱਚ ਬਹੁਤ ਸਾਰੇ ਹਰਾਸਮੈਂਟ ਦੇ ਕੇਸਿਸ ਆਏ ਨੇ ਜਿਨ੍ਹਾਂ ਨੂੰ ਦਬਾ ਦਿੱਤਾ ਗਿਆ ਹੈ। ਆਪਾਂ ਇਸ ਮਸਲੇ ਤੇ ਐਡਵਾਈਜ਼ਰ ਸਾਹਿਬ ਨੂੰ ਵੀ ਮੈਂ ਮਿਲ ਕੇ ਉਹਨਾਂ ਨੂੰ ਵੀ ਆਪਣੀ ਐਪਲੀਕੇਸ਼ਨ ਦਿੱਤੀ ਹੈ, ਸਪੋਰਟਸ ਸੈਕਟਰੀ ਨੂੰ ਵੀ ਦਿੱਤੀ ਹੈ, ਐਡਮਿਨਿਸਟ੍ਰੇਟਰ ਸਾਹਿਬ ਨੂੰ ਵੀ ਕੰਪਲੇਂਟ ਜਿਹੜੀ ਹੈ ਭੇਜੀ ਹੈ। ਪਰ ਕੋਈ ਕਾਰਵਾਈ ਕਿਸੇ ਤੇ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ। ਕੋਈ ਸ਼ੋ ਕਾਜ਼ ਨੋਟਿਸ ਤੱਕ ਨਹੀਂ ਇਸ਼ੂ ਹੋਇਆ। ਉੱਥੇ ਇੰਨੀਆਂ ਗ੍ਰੋਸ ਵਾਇਲੇਸ਼ਨਸ ਨੇ ਉਹਨਾਂ ਦੇ। ਇਹ ਜਿਹੜੀ ਲੈਂਡ ਹੈ ਸੈਕਟਰ 10 ਦੇ ਸਟੇਡੀਅਮ ਦੀ, ਇਹ ਚੰਡੀਗੜ੍ਹ ਸਪੋਰਟਸ ਡਿਪਾਰਟਮੈਂਟ ਦੀ ਪ੍ਰਾਪਰਟੀ ਹੈ ਤੇ ਉਹਦੇ ਤੇ ਇੰਨੀਆਂ ਸਾਰੀਆਂ ਵਾਇਲੇਸ਼ਨਸ ਨੇ, ਠੀਕ ਹੈ। ਉਸ ਦੇ ਬਾਵਜੂਦ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਆਪਣਾ ਪੱਲਾ ਝਾੜ ਰਹੀ ਹੈ ਇਹਦੇ ਤੇ। ਔਰ ਬੱਚੀ ਨੂੰ ਬਚਾਉਣ ਦੀ ਬਜਾਏ, ਬੱਚੀ ਨਾਲ ਖੜਨ ਦੀ ਬਜਾਏ, ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਉਹ ਅਕਿਊਜ਼ਡ ਨਾਲ ਖੜੀ ਹੋਈ ਹੈ ਕਿਉਂਕਿ ਉੱਥੇ ਹਾਈ ਐਂਡ ਮਾਈਟੀ ਨੇ ਉਹੀ ਉਸ ਬਿਊਰੋਕਰੈਟ ਲੌਬੀ ਜਿਹੜੀ ਹੈ ਉਹ ਉੱਥੇ ਇਕੱਠੀ ਉਹਨਾਂ ਨੂੰ ਡਿਫੈਂਡ ਕਰ ਰਹੀ ਹੈ ਜੀ। ਧੰਨਵਾਦ ਜੀ ਦੈਨਿਕ ਸਵੇਰਾ ਨਾਲ ਗੱਲ ਕਰਨ ਲਈ। ਬਿਲਕੁਲ ਤੁਸੀਂ ਸੁਣਿਆ ਇੱਕ ਪੀੜਿਤ ਪਿਤਾ ਵੱਲੋਂ ਕਿ ਕਿਸ ਤਰੀਕੇ ਨਾਲ ਇਹਨਾਂ ਨਾਲ ਜਿਹੜੇ ਹੈ ਇੱਕ ਹਾਈ ਕਲਾਸ ਲੌਬੀ ਵੱਲੋਂ ਇਹਨਾਂ ਦੇ ਉੱਤੇ ਜਿਹੜੇ ਹੈ ਤਸ਼ੱਦਦ ਕੀਤੇ ਜਾ ਰਹੇ, ਕਿਵੇਂ ਇਹਨਾਂ ਨੂੰ ਜਿਹੜਾ ਮੋਹਰਾ ਬਣਾ ਕੇ ਇਹਨਾਂ ਦੇ ਜਿਹੜਾ ਇਹਨਾਂ ਦੀ ਬੇਟੀ ਦੇ ਨਾਲ ਜਿਹੜੀ ਛੇੜਖਾਨੀ ਹੋਈ ਉਸ ਨੂੰ ਤਾਂ ਕੀ ਉਹਦੇ ਤੇ ਤਾਂ ਕੀ ਕਾਰਵਾਈ ਕਰਨੀ ਸੀ, ਉਲਟਾ ਇਹਨਾਂ ਦੇ ਉੱਤੇ ਹੀ ਕਈ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਤਾਂ ਹੁਣ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਸ ਤਰੀਕੇ ਨਾਲ ਇਹ ਹਾਈ ਐਂਡ ਅਫਸਰ ਜਿਹੜੇ ਹੈਗੇ ਹੈ ਜਿਨ੍ਹਾਂ ਵਿੱਚ ਪੰਜਾਬ ਦੇ DGP ਦਿਨਕਰ ਗੁਪਤਾ ਤੇ ਨਾਲ ਜਿਹੜੇ ACS ਵਿਸ਼ਵਜੀਤ ਖੰਨਾ ਸਮੇਤ ਹੋਰ ਕਈ ਜਿਹੜੇ ਅਧਿਕਾਰੀ ਹੈ ਉਹਨਾਂ ਦਾ ਕਿਵੇਂ ਵਿੱਚ ਇਸ ਮਾਮਲੇ ਨੂੰ ਦਬਾਉਣ ਦੀ ਭੂਮਿਕਾ ਹੈ ਤੇ ਆਰੋਪੀਆਂ ਨੂੰ ਕਿਵੇਂ ਬਚਾ ਰਿਹਾ ਉਸ ਨੂੰ ਲੈ ਕੇ ਇਹਨਾਂ ਵੱਲੋਂ ਸ਼ਿਕਾਇਤ ਜਿਹੜੀ ਹੈ ਕੋਰਟ ਦੇ ਵਿੱਚ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।